ਵੈਲਕਮ ਟੂ ਦਾ ਚੈਨਲ ਸਟੂਡੈਂਟਸ। ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਤੇ ਕੰਪਿਊਟਰ ਦੇ ਕੁਝ ਹੋਰ MCQ ਐਕਸਪਲੇਨ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੇ ਆ। ਇਹਨਾਂ ਨੂੰ ਮੈਂ ਡਿਟੇਲ ਦੇ ਵਿੱਚ ਐਕਸਪਲੇਨ ਕਰਾਂਗਾ। ਇਹ ਸਾਰੇ MCQ ਬਹੁਤ ਸਾਰੇ ਪੇਪਰਾਂ ਦੇ ਵਿੱਚ ਵਾਰ-ਵਾਰ ਰਿਪੀਟ ਹੁੰਦੇ ਹਨ। ਇਹਨਾਂ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਜੋ ਕਨਸੈਪਟਸ ਹਨ ਉਹ ਵੀ ਨਾਲ ਦੀ ਨਾਲ ਹੀ ਤੁਹਾਡੇ ਹੋ ਜਾਣਗੇ। ਸੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਆਪਣੇ ਸਾਰੇ ਫਰੈਂਡਸ ਦੇ ਨਾਲ ਇਹਨੂੰ ਸ਼ੇਅਰ ਕਰ ਦਿਓ। ਸੋ ਇਹ ਆਪਣਾ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਤੇ ਕੰਪਿਊਟਰ ਦੇ MCQs ਦਾ ਸੈਕਿੰਡ ਪਾਰਟ ਆ। ਇਸ ਤੋਂ ਪਹਿਲਾ ਪਾਰਟ ਤੁਸੀਂ ਜ਼ਰੂਰ ਸੁਣਿਆ ਹੋਊਗਾ। ਅਗਲਾ ਪਾਰਟ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ MCQ ਆ ਕਿ ਪ੍ਰੋਗਰਾਮਿੰਗ ਲੈਂਗੁਏਜ C++ ਇਹਨਾਂ ਦੇ ਵਿੱਚੋਂ ਕੀ ਹੁੰਦੀ ਹੈ। ਪ੍ਰੋਗਰਾਮਿੰਗ ਲੈਂਗੁਏਜ ਜਿਹੜੀ C++ ਹੁੰਦੀ ਆ ਵੀ ਉਹ ਇੱਕ ਕੰਪਾਈਲਰ ਹੁੰਦੀ ਹੈ। ਠੀਕ ਹੈ, ਕੰਪਾਈਲਰ ਜਿਹੜੀ ਕਿ ਕਿਸੇ ਮਤਲਬ ਕਿ ਲੈਂਗੁਏਜ ਨੂੰ ਡਾਇਰੈਕਟਲੀ ਆ ਜਿਹੜੀ ਉਹ ਮਸ਼ੀਨੀ ਭਾਸ਼ਾ ਦੇ ਵਿੱਚ ਉਹਨੇ ਚੇਂਜ ਕਰ ਦੇਣਾ। ਠੀਕ ਹੈ ਨਾ, ਕੋਡ ਦੇ ਵਿੱਚ ਉਹਨੇ ਚੇਂਜ ਕਰ ਦੇਣਾ ਜਿਹੜਾ ਕਿ ਕੰਪਿਊਟਰ ਨੂੰ ਅੰਡਰਸਟੈਂਡ ਹੁੰਦਾ। ਸੋ ਇਹ ਤੁਸੀਂ ਗੱਲ ਯਾਦ ਰੱਖਣੀ, ਕੰਪਾਈਲਰ ਹੁੰਦੀ ਆ ਇਹ। ਠੀਕ ਹੈ, ਸੈਕਿੰਡ ਦੇਖਦੇ ਹਾਂ ਕਿ ਵਿਚ ਵਨ ਇਜ਼ ਨੋਟ ਐਨੀ ਸਰਵਿਸ ਆਫ ਦੀ ਇੰਟਰਨੈਟ। ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਇੰਟਰਨੈਟ ਦੀ ਕੋਈ ਸਰਵਿਸ ਨਹੀਂ ਹੈਗੀ। ਦੇਖੋ ਵੀ ਇਹਨਾਂ ਦੇ ਵਿੱਚੋਂ ਆ ਵੀ ਇੱਕ ਇੰਟਰਨੈਟ ਦੀ ਸਰਵਿਸ ਹੁੰਦੀ ਹੈ, ਇਹ ਟੈਲਨੈਟ। ਫਿਰ ਈਮੇਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ, ਨਿਊਜ਼ ਗਰੁੱਪਸ ਵੀ ਹੁੰਦੇ ਆ, ਇਹ ਵੀ ਇੰਟਰਨੈਟ ਦੀ ਇੱਕ ਸਰਵਿਸ ਆ। ਆ ਜਿਹੜੀ ਵੀ IT ਗੋਲ ਲਿਖਿਆ ਹੋਇਆ ਉਹਨਾਂ ਨੇ ਇਸ ਚੀਜ਼ ਦੇ ਨਾਲ ਮਤਲਬ ਇੰਟਰਨੈਟ ਦੇ ਨਾਲ ਇਹ ਕੋਈ ਵੀ ਰਿਲੇਟਡ ਟਰਮ ਨਹੀਂ ਹੈਗੀ। ਸੋ ਇਹ ਆਪਣਾ ਆਪਸ਼ਨ ਆ ਜਾਊਗਾ ਵੀ ਇਹ ਕੋਈ ਵੀ ਇੰਟਰਨੈਟ ਦੀ ਸਰਵਿਸ ਨਹੀਂ ਹੁੰਦੀ। ਠੀਕ ਆ, ਸੋ ਇਹ ਗੱਲ ਤੁਸੀਂ ਯਾਦ ਰੱਖਣੀ। ਇਹਦੇ ਵਿੱਚੋਂ ਜਿਹੜਾ ਇੱਕ ਮੇਨ ਔਖਾ ਸੀਗਾ ਆਪਸ਼ਨ ਉਹ ਇੱਕ A ਬਣਦਾ ਸੀਗਾ। ਇਹ ਆਪਸ਼ਨ ਬਾਰੇ ਤੁਸੀਂ ਜ਼ਰੂਰ ਇੰਟਰਨੈਟ 'ਤੇ ਸਰਚ ਕਰਕੇ ਦੇਖਿਓ ਵੀ ਕੀ ਹੁੰਦਾ ਇਹ, ਪਰ ਇੱਕ ਇੰਟਰਨੈਟ ਦੇ ਨਾਲ ਹੀ ਰਿਲੇਟਡ ਇੱਕ ਸਰਵਿਸ ਆ। ਇਹ ਗੱਲ ਤੁਸੀਂ ਯਾਦ ਰੱਖਣੀ। ਅੱਗੇ ਕਰਦੇ ਹਾਂ ਵੀ ਥਰਡ ਫਿਰ ਆਪਾਂ ਜਿੱਦਾਂ ਕਿ ਇੱਕ ਪਿਛਲੀ ਵੀਡੀਓ ਦੇ ਵਿੱਚ ਵੀ ਇੱਦਾਂ ਦਾ MCQ ਕੀਤਾ ਸੀ, ਉਹਦੇ ਤੋਂ ਓਪੋਜ਼ਿਟ ਵਾ। ਐਕਟਿਵ ਆਪਾਂ ਨੂੰ ਵੀ ਇੱਕ ਬਾਈਨਰੀ ਨੰਬਰ ਦਿੱਤਾ ਹੋਇਆ ਤੇ ਆਪਾਂ ਇਹਨੂੰ ਚੇਂਜ ਕਰਨਾ, ਇਹਦਾ ਆਪਾਂ ਇਕੁਇਵਲੈਂਟ ਬਣਾਉਣਾ ਇਨ ਦੀ ਡੈਸੀਮਲ ਸਿਸਟਮ। ਇਹਦਾ ਬਿਲਕੁਲ ਵੀ ਆਪਣੇ ਕੋਲ ਸਿੰਪਲ ਜਿਹਾ ਇੱਕ ਰੂਲ ਆ ਤੁਸੀਂ ਉਤਾਰ ਲੈਣਾ ਵਾ ਤੁਹਾਡਾ। ਠੀਕ ਹੈ, ਬਾਈਨਰੀ ਨੰਬਰ ਆਪਾਂ ਹੁਣ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਧਰੋਂ ਸ਼ੁਰੂ ਕਰਨਾ ਵੀ 2 ਦੀ ਪਾਵਰ 0, ਫਿਰ 2 ਦੀ ਪਾਵਰ 1, 2 ਦੀ ਪਾਵਰ 2, 2 ਦੀ ਪਾਵਰ 3 ਤੇ 2 ਦੀ ਪਾਵਰ 4। ਠੀਕ ਹੈ, ਹੁਣ ਤੁਸੀਂ ਉਹੀ ਵਾਲੇ ਜਿਹੜੇ ਰੱਖਣੇ ਜਿਨ੍ਹਾਂ ਦੇ ਉੱਪਰ 1 ਵਾ, ਕਿਉਂਕਿ 0 ਵਾਲਿਆਂ ਨੇ 0 ਹੋ ਜਾਣਾ। ਸੋ ਇਹਦਾ ਵੀ 0 ਆ, ਇਹਦਾ ਵੀ 0 ਆ, ਆ ਵੀ 0 ਆ। ਇੱਕ ਆ ਰਹਿ ਗਿਆ ਵੀ 2 ਦੀ ਪਾਵਰ 4। 2 ਦੀ ਪਾਵਰ 4 ਕਿੰਨੀ ਹੁੰਦੀ ਆ ਵੀ 16। 2 ਦੀ ਪਾਵਰ 2 ਕਿੰਨੀ ਹੁੰਦੀ ਆ 4। ਇਹਨਾਂ ਨੂੰ ਐਡ ਕਰ ਦਿਓ, 16 ਤੇ 4 20 ਤੁਹਾਡਾ ਆਨਸਰ ਆ ਜਾਣਾ ਵੀ। ਸੋ 20 ਆਪਣੇ ਕੋਲ ਆਨਸਰ ਆ ਜਾਣਾ। ਇੱਦਾਂ ਤੁਸੀਂ ਕਿਸੇ ਵੀ ਬਾਈਨਰੀ ਨੰਬਰ ਨੂੰ ਡੈਸੀਮਲ ਸਿਸਟਮ ਵਾਲੇ ਜਿਹੜੇ ਹੁੰਦੇ ਆਪਣੇ ਨੰਬਰ ਉਹਨਾਂ ਵਿੱਚ ਚੇਂਜ ਕਰ ਸਕਦੇ ਹਾਂ। ਕਲੀਅਰ ਆ ਵੀ, ਸਿੰਪਲ ਜਿਹਾ ਕੰਮ ਸੀਗਾ। ਠੀਕ ਹੈ, ਅੱਗੇ ਚੱਲਦੇ ਹਾਂ ਵੀ 4th MCQ। ਇੱਕ ਕੰਪਿਊਟਰ ਲੈਂਗੁਏਜ ਦੈਟ ਇਜ਼ ਰਿਟਨ ਇਨ ਬਾਈਨਰੀ ਕੋਡਸ ਓਨਲੀ। ਜਿਹੜੀ ਭਾਸ਼ਾ ਨੂੰ ਸਿਰਫ ਤੁਸੀਂ ਬਾਈਨਰੀ ਕੋਡ ਮਤਲਬ 0101 ਦੀ ਭਾਸ਼ਾ ਵਿੱਚ ਹੀ ਸਿਰਫ ਤੁਸੀਂ ਲਿਖ ਸਕਦੇ, ਉਹ ਹੁੰਦੀ ਆ ਵੀ ਮਸ਼ੀਨ ਲੈਂਗੁਏਜ, ਜਿਹੜੀ ਕਿ ਕੰਪਿਊਟਰ ਨੂੰ ਅਸਲ ਦੇ ਵਿੱਚ ਸਮਝ ਆਉਂਦੀ ਹੈ, ਮਸ਼ੀਨ ਲੈਂਗੁਏਜ। ਠੀਕ ਹੈ, ਅੱਗੇ ਚੱਲਦੇ ਹਾਂ ਵੀ 5th। ਇਨ ਕੰਪਿਊਟਰ ਅਰਥਮੈਟਿਕ ਲੌਜਿਕ ਯੂਨਿਟ ਇਜ਼ ਪਾਰਟ ਆਫ। ਜਿਹੜੀ ਅਰਥਮੈਟਿਕ ਲੌਜਿਕ ਯੂਨਿਟ ਹੁੰਦੀ ਆ ਵੀ ਉਹ ਕਿਸ ਚੀਜ਼ ਦਾ ਹਿੱਸਾ ਹੁੰਦੀ ਆ। ਅਰਥਮੈਟਿਕ ਲੌਜਿਕ ਯੂਨਿਟ ਵੀ CPU ਦਾ ਹਿੱਸਾ ਹੁੰਦੀ ਹੈ, ਕਿਉਂਕਿ CPU ਦੇ ਵਿੱਚ ਹੀ ਉਹਦਾ ਇੱਕ ਹਿਸਾਬ ਦਾ ਬ੍ਰੇਨ ਹੁੰਦਾ। ਸੋ ਸੈਂਟਰਲ ਪ੍ਰੋਸੈਸਿੰਗ ਜਿਹੜੀ ਯੂਨਿਟ ਹੁੰਦੀ ਉਹਦੇ ਵਿੱਚ ਹੁੰਦੀ ਹੈ। ਠੀਕ ਹੈ, ਵਿਚ ਵਨ ਇਜ਼ ਨੋਟ ਐਨ ਇਨਪੁਟ ਡਿਵਾਈਸ। ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਵੀ ਇਨਪੁਟ ਡਿਵਾਈਸ ਨਹੀਂ ਹੈਗੀ ਜਿੰਨਾ ਆਪਾਂ ਕੋਈ ਇਨਪੁਟ ਦਿੰਦੇ ਹਾਂ। ਟਰੈਕਬਾਲ, ਜੋਇਸਟਿਕ ਤੇ ਲਾਈਟ ਪੈਨ, ਇਹ ਸਾਰੀਆਂ ਇਨਪੁਟ ਡਿਵਾਈਸਿਸ ਆ। SSD ਬਾਰੇ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ। ਤੇ SSD ਇੱਕ ਹਿਸਾਬ ਦੀ ਵੀ ਇੱਕ ਹਾਰਡ ਡਿਸਕ ਵਾ, ਜਿਹਨੂੰ ਆਪਾਂ ਕਹਿੰਦੇ ਆ ਸੋਲਿਡ ਸਟੇਟ ਡਰਾਈਵ। ਠੀਕ ਆ, ਡਾਟਾ ਨੂੰ ਸਟੋਰ ਕਰਨ ਲਈ ਇਹਨੂੰ ਯੂਜ਼ ਕਰਦੇ ਆ। ਸੋ ਇਹ ਨਾ ਹੀ ਇਨਪੁਟ ਡਿਵਾਈਸ ਆ ਨਾ ਹੀ ਆਊਟਪੁੱਟ ਡਿਵਾਈਸ ਆ। ਇਹ ਆਪਣਾ ਆਨਸਰ ਬਣ ਜਾਊਗਾ। ਠੀਕ ਆ, 7th ਵਿਚ ਵਨ ਇਜ਼ ਨੋਟ ਏ ਪ੍ਰਾਇਮਰੀ ਮੈਮਰੀ ਆਫ ਕੰਪਿਊਟਰ। ਇਹਨਾਂ ਦੇ ਵਿੱਚੋਂ ਕਿਹੜੀ ਕੰਪਿਊਟਰ ਦੀ ਪ੍ਰਾਇਮਰੀ ਮੈਮਰੀ ਨਹੀਂ ਹੈਗੀ। ਪ੍ਰਾਇਮਰੀ ਮੈਮਰੀ ਵੀ ਇਹਨਾਂ ਦੇ ਵਿੱਚੋਂ GROM ਨਹੀਂ ਹੈਗੀ। ਬਾਕੀ ਸਾਰੀਆਂ ਕੰਪਿਊਟਰ ਦੀਆਂ ਪ੍ਰਾਇਮਰੀ ਮੈਮਰੀਜ਼ ਆ, ਇਹਨਾਂ ਨੂੰ ਯਾਦ ਕਰ ਲਿਓ ਚੰਗੀ ਤਰ੍ਹਾਂ। ਠੀਕ ਆ, ਬਾਕੀ ਸਾਰੀਆਂ ਪ੍ਰਾਇਮਰੀ ਮੈਮਰੀਜ਼ ਆ। ਇਸ ਤੋਂ ਬਾਅਦ ਦੇ ਵਿੱਚ ਵੀ ਵਿਚ ਵਨ ਇਜ਼ ਨੋਟ ਐਨ ਆਪਰੇਟਿੰਗ ਸਿਸਟਮ। ਇਹ ਤਾਂ ਵੀ ਬਹੁਤ ਸੌਖਾ ਵਾ। ਇਹਨਾਂ ਦੇ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਨਹੀਂ ਹੈਗਾ। ਕ੍ਰੋਮ ਆਪਰੇਟਿੰਗ ਸਿਸਟਮ, OS ਮਤਲਬ ਆਪਰੇਟਿੰਗ ਸਿਸਟਮ, ਫੈਡੋਰਾ ਤੇ ਸੋਲਰਿਸ, ਇਹ ਸਾਰੇ ਆਪਰੇਟਿੰਗ ਸਿਸਟਮ ਆ। ਮਾਈਕਰੋਸੋਫਟ ਵੀ ਕੋਈ ਵੀ ਆਪਰੇਟਿੰਗ ਸਿਸਟਮ ਨਹੀਂ ਹੈਗਾ। ਮਾਈਕਰੋਸੋਫਟ ਵਿੰਡੋਜ਼ ਆਪਰੇਟਿੰਗ ਸਿਸਟਮ ਆ। ਮਾਈਕਰੋਸੋਫਟ ਤਾਂ ਇੱਕ ਕੰਪਨੀ ਦਾ ਨਾਮ ਆ। ਠੀਕ ਆ, ਇਹ ਗੱਲ ਯਾਦ ਰੱਖਣੀ। ਵਾਟ ਇਜ਼ ਦਾ ਫੁੱਲ ਫਾਰਮ ਆਫ SSD, ਇਹ ਵੀ ਮੈਂ ਤੁਹਾਨੂੰ ਹੁਣੇ ਹੀ ਹਲੇ ਸੀਗਾ ਦੱਸਿਆ। ਸੋ ਆਈ ਥਿੰਕ ਇਹਦਾ ਤੁਹਾਨੂੰ ਸਾਰਿਆਂ ਨੂੰ ਆਨਸਰ ਯਾਦ ਹੋਊਗਾ। ਨੀਚੇ ਕਮੈਂਟ ਵਿੱਚ ਇਹਦਾ ਤੁਸੀਂ ਆਨਸਰ ਸਾਰਿਆਂ ਨੇ ਆਪ ਦੱਸਣਾ
ਕਿ ਇਹਦੇ 'ਚ SSD ਦੀ ਫੁੱਲ ਫਾਰਮ ਕੀ ਹੁੰਦੀ। ਜੇ ਤੁਸੀਂ ਧਿਆਨ ਨਾਲ ਵੀਡੀਓ ਨੂੰ ਸੁਣਿਆ ਤਾਂ ਤੁਹਾਨੂੰ ਜ਼ਰੂਰ ਪਤਾ ਹੋਊਗਾ, ਠੀਕ ਹੈ। ਇਹਦਾ ਤੁਸੀਂ ਆਪ ਦੱਸਣਾ ਵੀ ਆਨਸਰ। ਓਕੇ ਆ ਵੀ, ਚਲੋ ਅਗਲਾ ਕਰਦੇ ਹਾਂ। ਵਿਚ ਵਨ ਇਜ਼ ਨੋਟ ਏ ਕੰਪਿਊਟਰ ਨੈਟਵਰਕ ਟੋਪੋਲੋਜੀ। ਟੋਪੋਲੋਜੀਜ਼ ਹੁੰਦੀਆਂ ਵੀ ਜਿਨ੍ਹਾਂ ਆਪਾਂ ਵੱਖਰੇ ਵੱਖਰੇ ਡਿਵਾਈਸਿਸ ਨੂੰ ਜੋੜਦੇ ਹਾਂ, ਇਹਨਾਂ ਦੇ ਵਿੱਚੋਂ ਕਿਹੜੀ ਨਹੀਂ ਹੈਗੀ ਇਹਨਾਂ ਦੇ ਵਿੱਚ। ਸੋ ਇਹ ਵੀ ਆਪਣੇ ਕੋਲ ਬਣ ਜਾਂਦਾ A ਆਪਸ਼ਨ। ਵੈਨ ਨਹੀਂ ਹੈਗੀ, ਵੈਨ ਹੁੰਦਾ ਵੀ ਵਾਈਡ ਏਰੀਆ ਨੈਟਵਰਕ, ਇਹ ਆਪਣੇ ਕੋਲ ਟੋਪੋਲੋਜੀ ਨਹੀਂ ਹੈਗੀ। ਬਾਕੀ ਸਾਰੀਆਂ ਆਹ ਸਟਾਰ ਟੋਪੋਲੋਜੀ, ਹੈਸ਼ ਟੋਪੋਲੋਜੀ, ਬਸ ਟੋਪੋਲੋਜੀ, ਇਹ ਸਾਰੀਆਂ ਟੋਪੋਲੋਜੀਜ਼ ਹੁੰਦੀਆਂ, ਠੀਕ ਹੈ। ਆਲ ਦਾ ਲੌਜੀਕਲ ਐਂਡ ਮੈਥੇਮੈਟੀਕਲ ਕੈਲਕੂਲੇਸ਼ਨਸ ਡਨ ਬਾਈ ਦੀ ਕੰਪਿਊਟਰ ਹੈਪਨ ਇਨ, ਠੀਕ ਹੈ। ਕੰਪਿਊਟਰ ਜਿੰਨੀਆਂ ਵੀ ਕੈਲਕੂਲੇਸ਼ਨਸ ਵਗੈਰਾ ਸਾਰੀਆਂ ਹੁੰਦੀਆਂ, ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ, ਹੁਣੇ ਉਹਨਾਂ ਨੇ ਇਹਦੇ ਬਾਰੇ ਨਾਲ ਹੀ ਰਿਲੇਟਡ ਪੁੱਛਿਆ ਸੀਗਾ, ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਹੁੰਦੀਆਂ। ਦੇਖੋ ਵੀ ਹੁਣ ਇੱਕੋ ਟੋਪਿਕ ਦੇ ਉੱਪਰ, ਇੱਕੋ ਜੀ ਚੀਜ਼ ਦੇ ਉੱਪਰ 2 MCQ ਆ ਗਏ। ਇਹ ਸਾਰੇ ਇੱਦਾਂ ਵਾਰ-ਵਾਰ ਪੇਪਰਾਂ 'ਚ ਰਿਪੀਟ ਹੁੰਦੇ ਰਹਿੰਦੇ ਆ, ਠੀਕ ਹੈ। ਅਗਲਾ ਆ ਗਿਆ, ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਵਨ ਆਫ ਦਾ 4 ਮੇਜਰ ਡਾਟਾ ਪ੍ਰੋਸੈਸਿੰਗ ਫੰਕਸ਼ਨਸ ਆਫ ਦੀ ਕੰਪਿਊਟਰ। ਇਹਨਾਂ ਦੇ ਵਿੱਚੋਂ ਕਿਹੜਾ ਕੰਪਿਊਟਰ ਦਾ ਮੇਜਰ ਡਾਟਾ ਪ੍ਰੋਸੈਸਿੰਗ ਫੰਕਸ਼ਨ ਨਹੀਂ ਹੈਗਾ। ਉਹ ਤੁਸੀਂ ਧਿਆਨ ਰੱਖਣਾ ਵੀ ਪ੍ਰੋਸੈਸਿੰਗ ਡਾਟਾ ਇਨਟੂ ਇਨਫੋਰਮੇਸ਼ਨ, ਡਾਟਾ ਨੂੰ ਇਨਫੋਰਮੇਸ਼ਨ ਦੇ ਵਿੱਚ ਪ੍ਰੋਸੈਸ ਕਰਨਾ ਕੰਪਿਊਟਰ ਦਾ ਮੇਨ ਫੰਕਸ਼ਨ ਨਹੀਂ ਹੈਗਾ, ਮੇਜਰ ਫੰਕਸ਼ਨ ਨਹੀਂ ਹੈਗਾ ਉਹਦੀ ਇਹ ਡਾਟਾ ਪ੍ਰੋਸੈਸਿੰਗ ਦਾ। ਬਾਕੀ ਸਾਰੇ ਉਹਦੇ ਮੇਜਰ ਫੰਕਸ਼ਨ, ਠੀਕ ਆ ਵੀ, ਇਹ ਗੱਲ ਯਾਦ ਰੱਖਣੀ। ਡਿਲੀਟ ਕੀਜ਼ ਯੂਜ਼ ਟੂ ਡਿਲੀਟ ਦਾ ਕਰੈਕਟਰਸ ਡੈਸ਼ ਆਫ ਦੀ ਕਰਸਰ। ਹੁਣ ਵੇਖਿਓ ਵੀ ਆ ਬਹੁਤ ਇੱਕ ਇੰਪੋਰਟੈਂਟ ਫੰਕਸ਼ਨ ਆ। ਹੁਣ ਆਪਾਂ ਨੂੰ ਪਤਾ ਕਿ ਜਿੱਦਾਂ ਆਪਾਂ ਮੰਨ ਲਓ ਕਿ ਵਰਡ ਦੇ ਵਿੱਚ ਇੱਦਾਂ ਕੁਛ ਤਾੜਦੇ ਪਏ, ਮੰਨ ਲਓ ਆਪਾਂ ਆਹ ਚੀਜ਼ ਲਿਖੀ, ਉੱਥੇ ਕੰਪਿਊਟਰ ਲਿਖਿਆ, ਠੀਕ ਆ। ਮੰਨ ਲਓ ਕਿ ਤੁਹਾਡਾ ਇਸ ਟਾਈਮ ਦੇ ਵਿੱਚ ਕਰਸਰ ਆ ਜਿਹੜਾ ਉਹ, ਠੀਕ ਆ, ਉਹ ਮੰਨ ਲਓ ਇੱਥੇ ਆ ਗਿਆ। ਆਪਾਂ ਨੂੰ ਪਤਾ ਕਿ ਜੇ ਆਪਾਂ ਹੁਣ ਬੈਕ ਸਪੇਸ ਦਬਾਵਾਂਗੇ ਤਾਂ ਇੱਧਰਲੇ ਸਾਰੇ ਹੋ ਜਾਂਦੇ ਹੁੰਦੇ ਇਰੇਜ਼, ਪਰ ਜੇ ਤੁਸੀਂ ਡਿਲੀਟ ਕੀ ਦਬਾਓਗੇ ਨਾ ਫਿਰ ਇੱਧਰਲੇ ਇਰੇਜ਼ ਕਰ ਸਕਦੇ ਹੋ ਤੁਸੀਂ। ਰਾਈਟ ਸਾਈਡ ਦੇ ਤੁਸੀਂ ਡਿਲੀਟ ਕਰਨੇ ਹੋਣ ਅੱਖਰ, ਫਿਰ ਤੁਸੀਂ ਡਿਲੀਟ ਕੀ ਦਬਾਉਂਦੇ, ਸੋ ਰਾਈਟ ਆ ਜਾਊਗਾ ਇਹਦਾ ਆਨਸਰ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ, ਬਹੁਤ ਇੰਪੋਰਟੈਂਟ ਪ੍ਰੋਪਰਟੀ ਹੈ। ਐਨ ਈਮੇਲ ਅਕਾਊਂਟ ਇਨਕਲੂਡਸ ਏ ਸਟੋਰੇਜ ਏਰੀਆ। ਈਮੇਲ ਅਕਾਊਂਟ ਦੇ ਵਿੱਚ ਇੱਕ ਸਟੋਰੇਜ ਏਰੀਆ ਹੁੰਦਾ ਵੀ, ਉਹਨੂੰ ਕੀ ਕਹਿੰਦੇ ਆ, ਮੇਲ ਬਾਕਸ ਕਹਿੰਦੇ, ਜਿਹਦੇ ਵਿੱਚ ਤੁਹਾਡੇ ਸਾਰੇ ਮੇਲਸ ਵਗੈਰਾ ਆਉਂਦੇ ਰਹਿੰਦੇ ਆ, ਉਹ ਆਪਣਾ ਸਟੋਰੇਜ ਏਰੀਆ ਬਣ ਜਾਂਦਾ ਵਾ, ਠੀਕ ਆ। ਅਗਲਾ ਦੇਖਦੇ ਹਾਂ ਵੀ ਵਿਚ ਕੀ ਕੰਬੀਨੇਸ਼ਨ ਇਜ਼ ਯੂਜ਼ ਟੂ ਇਨਸਰਟ ਏ ਲਾਈਨ ਬ੍ਰੇਕ, ਠੀਕ ਆ। ਲਾਈਨ ਬ੍ਰੇਕ ਇਨਸਰਟ ਕਰਨੀ ਹੋਵੇ, ਕਿਹੜਾ ਉਹਦਾ ਸ਼ਾਰਟਕਟ ਕੀ ਆ। ਵੀ ਸ਼ਾਰਟਕਟ ਕੀ ਬਹੁਤ ਮਤਲਬ ਪੁੱਛੇ ਜਾਂਦੇ ਆ। ਸੋ ਇਹ ਨਾ ਵੀ ਸ਼ਿਫਟ ਪਲੱਸ ਐਂਟਰ, ਠੀਕ ਆ। ਸ਼ਿਫਟ ਪਲੱਸ ਐਂਟਰ ਇਹਦੇ ਵਿੱਚ ਆਪਾਂ ਯੂਜ਼ ਕੀਤਾ ਜਾ ਸਕਦਾ ਜੇ ਆਪਾਂ ਐਡ ਕਰਨੀ ਹੋਵੇ ਲਾਈਨ ਬ੍ਰੇਕ, ਠੀਕ ਆ ਵੀ। ਅਗਲਾ ਕਹਿੰਦਾ ਕਿ ਮੂਵਮੈਂਟ ਆਫ ਏ ਸਿਗਨਲਸ ਬਿਟਵੀਨ CPU ਐਂਡ ਇਨਪੁਟ ਆਊਟਪੁੱਟ ਇਜ਼ ਕੰਟਰੋਲਡ ਬਾਏ, ਠੀਕ ਆ। CPU ਦੇ ਨਾਲ ਆਪਾਂ ਜਿਹੜੀਆਂ ਡਿਵਾਈਸਿਸ ਜੋੜੀਆਂ ਹੁੰਦੀਆਂ ਸਾਰੀਆਂ ਇਨਪੁਟ ਆਊਟਪੁੱਟ, ਉਹਨਾਂ ਦੇ ਵਿੱਚ ਜਿਹੜੇ ਮੂਵਮੈਂਟ ਆਫ ਸਿਗਨਲ ਹੁੰਦੇ ਉਹਨਾਂ ਨੂੰ ਕੰਟਰੋਲ ਕੌਣ ਕਰਦਾ ਹੋਊਗਾ ਵੀ, ਕੰਟਰੋਲਿੰਗ ਯੂਨਿਟ, ਠੀਕ ਆ। ਸੋ ਉਹਨਾਂ ਨੂੰ ਕੌਣ ਕੰਟਰੋਲ ਕਰਦਾ, ਕੰਟਰੋਲ ਯੂਨਿਟ, ਠੀਕ ਆ। ਮੈਮਰੀ ਯੂਨਿਟ ਨੇ ਦਾ ਸਟੋਰ ਕਰਨਾ ਵਾ ਇਹ ਸਾਰਾ ਕੁਝ, ਸੋ ਆਪਣਾ ਮੇਨ ਕੰਮ ਹੋ ਗਿਆ ਕੰਟਰੋਲ ਯੂਨਿਟ ਦਾ, ਠੀਕ ਆ ਵੀ। ਵਾਟ ਟਾਈਪ ਆਫ ਦੀ ਕੰਪਿਊਟਰ ਕੁਡ ਬੀ ਫਾਊਂਡ ਇਨ ਏ ਡਿਜੀਟਲ ਵਾਚ। ਜਿਹੜੀਆਂ ਅੱਜ ਕੱਲ੍ਹ ਵੀ ਡਿਜੀਟਲ ਵਾਚ ਹੁੰਦੀਆਂ ਉਹਨਾਂ ਦੇ ਵਿੱਚ ਕਿਹੜੇ ਕੰਪਿਊਟਰ ਵਰਤੇ ਜਾਂਦੇ, ਉਹਨਾਂ ਦੇ ਵਿੱਚ ਵਰਤੇ ਜਾਂਦੇ ਵੀ ਇੰਬੈਂਡਡ ਕੰਪਿਊਟਰਸ। ਯਾਦ ਰੱਖਿਓ, ਇੰਬੈਂਡਡ ਕੰਪਿਊਟਰਸ ਵਰਤੇ ਜਾਂਦੇ ਉਹਨਾਂ ਦੇ ਵਿੱਚ, ਜਿਹੜੀਆਂ ਅੱਜ ਕੱਲ੍ਹ ਡਿਜੀਟਲ ਵਾਚਿਸ ਯੂਜ਼ ਕੀਤੀਆਂ ਜਾਂਦੀਆਂ। ਵਿਚ ਟਾਈਪ ਆਫ ਦੀ ਮੈਮਰੀ ਇਜ਼ ਇਨ ਪੈਨ ਡਰਾਈਵ। ਪੈਨ ਡਰਾਈਵ ਜਿਹੜੀ ਤੁਸੀਂ ਯੂਜ਼ ਕਰਦੇ ਹੋ ਉਹਦੇ ਵਿੱਚ ਕਿਹੜੀ ਟਾਈਪ ਦੀ ਮੈਮਰੀ ਹੁੰਦੀ ਆ ਵੀ, ਉਹਦੇ ਵਿੱਚ ਹੁੰਦੀ ਫਲੈਸ਼ ਮੈਮਰੀ, ਜਿਹਨੂੰ ਵਾਰ-ਵਾਰ ਤੁਸੀਂ ਯੂਜ਼ ਕਰ ਸਕਦੇ ਹੋ। ਇੱਕ ਵਾਰੀ ਡਾਟਾ ਪਾਤਾ, ਫਿਰ ਇਰੇਜ਼ ਕਰਤਾ, ਫਿਰ ਪਾਤਾ, ਫਿਰ ਇਰੇਜ਼ ਕਰ ਦਿੰਦੇ, ਉਹਨੂੰ ਆਪਾਂ ਕਹਿੰਦੇ ਫਲੈਸ਼ ਮੈਮਰੀ, ਠੀਕ ਆ ਵੀ। ਕਲੀਅਰ ਆ ਗੱਲਾਂ, ਹੁਣ ਯਾਦ ਰੱਖ ਲਿਓ ਵੀ ਚੰਗੀ ਤਰ੍ਹਾਂ। ਦਾ ਪ੍ਰੋਸੈਸ ਆਫ ਦੀ ਟ੍ਰਾਂਸਫਰਿੰਗ ਇਨਫੋਰਮੇਸ਼ਨ ਫਰੋਮ ਦਾ ਕੰਪਿਊਟਰ ਇਨਟੂ ਦਾ ਸਰਵਰ ਔਨ ਦਾ ਇੰਟਰਨੈਟ। ਇਹਦਾ ਵੀ ਸਾਰਿਆਂ ਨੂੰ ਪਤਾ ਹੋਊਗਾ। ਆਪਾਂ ਆਪਣੇ ਕੰਪਿਊਟਰ ਤੋਂ ਇੰਟਰਨੈਟ 'ਤੇ ਜਦੋਂ ਕੋਈ ਇਨਫੋਰਮੇਸ਼ਨ ਨੂੰ ਸੇਵ ਕਰਦੇ ਹਾਂ, ਮਤਲਬ ਅਪਲੋਡ ਕਰ ਦਿੰਦੇ ਹਾਂ, ਜਿੱਦਾਂ ਤੁਸੀਂ ਕੋਈ ਵੀ ਵੀਡੀਓ ਅਪਲੋਡ ਕਰਦੇ ਆ, ਫੋਟੋ ਅਪਲੋਡ ਕਰਦੇ ਆ, ਵੀ ਉਹ ਜਿਹੜਾ ਵੀ ਉਸ ਐਪ ਵਾਲਿਆਂ ਦਾ ਇੱਕ ਸਰਵਰ ਬਣਾਇਆ ਹੁੰਦਾ ਉੱਤੇ ਜਾ ਕੇ ਸੇਵ ਹੋ ਜਾਂਦਾ ਤੁਹਾਡਾ ਡਾਟਾ, ਉਹਨੂੰ ਆਪਾਂ ਅਪਲੋਡਿੰਗ ਕਰਨਾ ਕਹਿੰਦੇ ਹਾਂ, ਠੀਕ ਆ। ਇੱਕ ਗੱਲ ਦਾ ਵੀ ਹੋਰ ਧਿਆਨ ਰੱਖਿਓ, ਪੇਪਰ ਤੋਂ ਬਾਅਦ ਦੇ ਵਿੱਚ ਚੈਨਲ ਦੀਆਂ ਵੀਡੀਓਜ਼ ਦੇ ਆ ਕੇ ਜ਼ਰੂਰ ਦੱਸਿਓ ਕਿ ਤੁਹਾਡਾ ਪੇਪਰ ਕਿੱਦਾਂ ਦਾ ਹੋਇਆ, ਵੀ ਤੁਹਾਨੂੰ ਇਹਨਾਂ ਵੀਡੀਓਜ਼ ਦਾ ਕੋਈ ਫਾਇਦਾ ਹੋਇਆ ਜਾਂ, ਠੀਕ ਆ। ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਨੂੰ ਵੀ ਇਹਦੇ ਬਾਰੇ ਜਾਣਕਾਰੀ ਹੋਵੇ ਅਤੇ ਜਿਹੜੇ ਆਉਣ ਵਾਲੇ ਗਾਂਹ ਹੋਣਗੇ ਹੋਰ ਸਟੂਡੈਂਟਸ ਉਹਨਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੋਵੇ ਕਿ ਤੁਹਾਡਾ ਪੇਪਰ ਦੇ ਵਿੱਚ ਇਹਨਾਂ ਵੀਡੀਓਜ਼ ਦਾ ਕਿੰਨਾ ਕੁ ਯੂਜ਼ ਹੋਇਆ, ਠੀਕ ਆ। ਅਗਲਾ ਹੈਗਾ ਵੀ ਡਾਕਟਰ ਸੋਲੋਮਨ ਐਂਡ ਮੈਕੈਫੀ। ਇਹ ਕੀ ਆ? ਮਕੈਫੀ ਇੱਕ ਵੀ ਤੁਹਾਡੇ ਕੋਲ ਐਂਟੀਵਾਇਰਸ ਆ। ਸੋ ਵੀ ਐਂਟੀਵਾਇਰਸ ਬਹੁਤ ਤਰ੍ਹਾਂ ਦੇ ਆ, ਠੀਕ ਆ। ਜਿੰਨੇ ਨਾਮ ਯਾਦ ਰੱਖ ਸਕਦੇ ਨਾਮ ਯਾਦ ਰੱਖਿਓ, ਜਿੱਦਾਂ ਕਿ ਆਪਣੇ ਕੋਲ ਵੀ ਇਹਦੇ ਵਿੱਚ ਅਵਾਸਟ ਆਉਂਦਾ ਵਾ, ਠੀਕ ਆ।
ਫਿਰ ਕੈਸਪਰ ਸਕਾਈ ਹੁੰਦਾ ਵਾ, ਨੋਟਨ ਐਂਟੀਵਾਇਰਸ ਹੁੰਦਾ ਵਾ, ਇੱਦਾਂ ਬਹੁਤ ਸਾਰੇ ਐਂਟੀਵਾਇਰਸ ਆ। ਇੱਕ ਵਾਰੀ ਇੰਟਰਨੈਟ 'ਤੇ ਵੀ ਸਿੰਪਲੀ ਮਾੜਾ ਜਿਹਾ ਮਾਰ ਲਿਓ ਸਰਚ ਕੇ ਪੋਪੂਲਰ ਐਂਟੀਵਾਇਰਸਿਸ ਆ, ਤੁਹਾਨੂੰ ਬਹੁਤ ਸਾਰੇ ਐਂਟੀਵਾਇਰਸ ਉੱਥੇ ਸ਼ੋਅ ਹੋ ਜੂਗੇ। ਉਹਨਾਂ ਦੇ ਨਾਮ ਯਾਦ ਰੱਖ ਲਿਓ, ਇਹ ਸਾਰੇ ਐਂਟੀਵਾਇਰਸ ਆ। ਸੋ ਜਿਹੜੇ ਵਾਇਰਸ ਹੁੰਦੇ ਉਹਨਾਂ ਦੇ ਵੀ ਨਾਮ ਇੱਕ ਵਾਰੀ ਜ਼ਰੂਰ ਸਰਚ ਕਰ ਲਿਓ, ਉਹ ਵੀ ਆ ਜਾਂਦੇ ਹੁੰਦੇ ਪੇਪਰ ਦੇ ਵਿੱਚ, ਉਹਨਾਂ ਦੇ ਨਾਮ ਵੀ ਜ਼ਰੂਰ ਯਾਦ ਰੱਖ ਲਿਓ, ਠੀਕ ਆ। ਮਲਟੀਮੀਡੀਆ ਸਟਿਮੂਲੇਟਸ ਆਲ ਦਾ ਫੋਲੋਵਿੰਗ ਐਕਸੈਪਟ। ਮਲਟੀਮੀਡੀਆ ਵੀ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਸਟਿਮੂਲੇਟ ਨਹੀਂਗਾ ਇਹ ਕਰੂਗਾ? ਮਲਟੀਮੀਡੀਆ ਦੇ ਨਾਲ ਵੀ ਸਾਈਟ, ਸਾਊਂਡ, ਇਮੇजेस, ਇਹ ਸਾਰਾ ਕੁਝ ਹੀ ਆਪਾਂ ਮਲਟੀਮੀਡੀਆ ਵਿੱਚ ਦੇਖਦੇ। ਮੈਮਰੀ ਨੂੰ ਨਹੀਂ ਸਟਿਮੂਲੇਟ ਕਰੂਗਾ ਉਹ, ਠੀਕ ਆ। ਇਹ ਗੱਲ ਯਾਦ ਰੱਖਣੀ, ਇਹਦਾ ਆਨਸਰ ਆਇਆ ਨਾ ਮੈਮਰੀ। ਅਗਲਾ ਆ ਗਿਆ ਕਿ ਇਹ ਵਰਡ ਇਨ ਏ ਵੈਬ ਪੇਜ ਦੈਟ ਵੈਨ ਕਲਿਕਡ ਓਪਨਸ ਦੀ ਅਨਦਰ ਡਾਕੂਮੈਂਟ। ਤੁਸੀਂ ਵੀ ਕਿਸੇ ਵੈਬ ਪੇਜ ਵਿੱਚ ਕਿਸੇ ਚੀਜ਼ ਨੂੰ ਕਲਿੱਕ ਕਰਕੇ ਅਗਲਾ ਕੋਈ ਹੋਰ ਪੇਜ ਓਪਨ ਕਰ ਲੈਂਦੇ ਹੁੰਦੇ ਆ, ਇੱਦਾਂ ਹੀ ਹੁੰਦਾ ਨਾ। ਕੋਈ ਵੀ ਆਪਾਂ ਸਾਈਟ ਵਗੈਰਾ ਖੋਲ੍ਹਦੇ ਹਾਂ, ਉਹਨੂੰ ਆਪਾਂ ਕੀ ਕਹਿੰਦੇ? ਉਹਨੂੰ ਕਹਿੰਦੇ ਵੀ ਹਾਈਪਰ ਲਿੰਕ ਕਰਨਾ। ਮਤਲਬ ਆਪਾਂ ਇੱਕ ਅੱਖਰ ਨਾਲ ਕਿਸੇ ਦੂਜੇ ਪੇਜ ਦਾ ਜੋੜਿਆ ਹੋਇਆ ਲਿੰਕ, ਉਹਨੂੰ ਕਲਿੱਕ ਕਰਦੇ ਹਾਂ, ਉਹ ਬਾਕਸ ਖੁੱਲ੍ਹੇ ਹੁੰਦਾ, ਉਹਨੂੰ ਕਲਿੱਕ ਕਰਦੇ ਹਾਂ ਅੱਗੇ ਫਿਰ ਅਗਲਾ ਪੇਜ ਖੁੱਲ੍ਹੇ ਹੁੰਦਾ, ਇਹਨੂੰ ਆਪਾਂ ਬੋਲਦੇ ਹਾਂ ਹਾਈਪਰ ਲਿੰਕ, ਠੀਕ ਆ ਵੀ। ਇਸ ਤੋਂ ਬਾਅਦ 'ਚੋਂ ਆ ਗਿਆ ਕਹਿੰਦਾ ਇਨ MS ਵਰਡ, ਇਨ MS ਵਰਡ ਸੁਪਰਸਕ੍ਰਿਪਟ, ਸਬਸਕ੍ਰਿਪਟ ਐਂਡ ਸਟ੍ਰਾਈਕ ਥਰੂ ਆਰ। ਇਹ ਵੀ ਤੁਸੀਂ ਦੇਖਿਆ ਹੋਣਾ, ਜਿੱਦਾਂ ਆਪਾਂ ਮੰਨ ਲਓ ਐਕਸ ਦੇ ਉੱਪਰ ਇੱਦਾਂ ਆਪਾਂ 2 ਪਾ ਦਿੰਦਾ ਹੁੰਦਾ ਨਾ ਛੋਟਾ ਜਿਹਾ, ਜਾਂ ਫਿਰ ਇੱਦਾਂ ਤੁਸੀਂ ਪਾ ਸਕਦੇ ਹੁੰਦੇ ਥੱਲੇ। ਇਹਨਾਂ ਨੂੰ ਆਪਾਂ ਬੋਲਦੇ ਹੁੰਦੇ ਸੁਪਰਸਕ੍ਰਿਪਟ ਤੇ ਸਬਸਕ੍ਰਿਪਟ। ਇਹ ਕੀ ਹੁੰਦੀਆਂ ਵੀ? ਇਹ ਹੁੰਦੇ ਆ ਫੌਂਟ ਇਫੈਕਟਸ ਹੁੰਦੇ ਆ। ਇਹ ਫੌਂਟ ਦੇ ਇਫੈਕਟਸ ਦੇ ਵਿੱਚ ਇਹਨਾਂ ਨੂੰ ਗਿਣਿਆ ਜਾਂਦਾ, ਇਹ ਗੱਲ ਯਾਦ ਰੱਖਿਓ ਵੀ, ਇਹ ਹੁੰਦੇ ਫੌਂਟ ਇਫੈਕਟ, ਠੀਕ ਆ। ਅੱਗੇ ਚੱਲਦੇ ਹਾਂ। ਵਿਚ ਫੰਕਸ਼ਨ ਵਿਲ ਬੀ ਯੂਜ਼ਡ ਟੂ ਐਂਟਰ ਦੀ ਕਰੰਟ ਟਾਈਮ ਇਨ ਦੀ ਵਰਕਸ਼ੀਟ ਸੈੱਲ, ਠੀਕ ਆ। ਤੁਸੀਂ ਐਕਸਲ ਦੀ ਜਿਹੜੀ ਵਰਕਸ਼ੀਟ ਦਾ ਇੱਕ ਮਤਲਬ ਸੈੱਲ ਹੁੰਦਾ ਵਾ, ਉਹਦੇ ਵਿੱਚ ਤੁਸੀਂ ਕਰੰਟ ਟਾਈਮ ਐਡ ਕਰਨਾ ਹੋਵੇ ਕਿ ਜਿੰਨਾ ਉਸ ਸਮੇਂ 'ਤੇ ਹੋਇਆ ਟਾਈਮ, ਤੁਸੀਂ ਕਿਹੜਾ ਫੰਕਸ਼ਨ ਯੂਜ਼ ਕਰੋਗੇ? ਤੁਹਾਨੂੰ ਪਤਾ ਹੋਣਾ ਵੀ ਮਤਲਬ ਐਕਸਲ ਦੇ ਵਿੱਚ ਨਾ ਅਲੱਗ-ਅਲੱਗ ਇੱਦਾਂ ਮਤਲਬ ਆਪਾਂ ਨੂੰ ਐਡ ਕਰਨੇ ਪੈਂਦੇ ਹੁੰਦੇ ਫੰਕਸ਼ਨ। ਜਿੱਦਾਂ ਤੁਸੀਂ ਕੋਈ ਡਾਟਾ ਦੀ ਐਂਟਰੀਜ਼ ਨੂੰ ਐਡ ਕਰਨਾ ਵਾ, ਠੀਕ ਹੈ ਨਾ, ਸਬਟਰੈਕਟ ਕਰਨਾ, ਇਹਦਾ ਬਹੁਤ ਸਾਰੇ ਵੱਖਰੇ ਵੱਖਰੇ ਉਹ 'ਚ ਯੂਜ਼ ਹੁੰਦੇ ਫੰਕਸ਼ਨ। ਉਹ ਵੀ ਇੱਕ ਵਾਰੀ ਤੁਸੀਂ ਇੰਟਰਨੈਟ 'ਤੇ ਜ਼ਰੂਰ ਕਰ ਲੈਣੀ ਸਰਚ ਕੇ, ਡਿਫਰੈਂਟ ਫੰਕਸ਼ਨਸ ਇਨ ਦੀ ਸਪਰੈਡਸ਼ੀਟ ਜਾਂ ਡਿਫਰੈਂਟ ਫੰਕਸ਼ਨਸ ਇਨ ਦੀ ਐਕਸਲ। ਉਹ ਤੁਹਾਨੂੰ ਥੋੜ੍ਹੇ ਬਹੁਤੇ ਆ ਜੂਗੇ ਜਿਹੜੇ ਇੰਪੋਰਟੈਂਟ ਆ, ਉਹ ਤੁਸੀਂ ਯਾਦ ਕਰ ਲੈਣੇ। ਇਹਦਾ ਆਨਸਰ ਵੀ ਆਪਣੇ ਕੋਲ ਹੈਗਾ ਨਾਓ। ਤੁਸੀਂ ਆਹ ਵਾਲੀ ਇੱਦਾਂ ਉੱਥੇ ਇਹ ਐਡ ਕਰਨਾ ਫੰਕਸ਼ਨ ਇਕੁਅਲ ਟੂ ਨਾਓ, ਫਿਰ ਪਾ ਦੇਣੀ ਆ ਬ੍ਰੈਕਟਸ, ਠੀਕ ਆ। ਉਹਨਾਂ ਫਿਰ ਉੱਥੇ ਐਡ ਹੋ ਜਾਊਗਾ ਕਰੰਟ ਟਾਈਮ, ਠੀਕ ਆ ਵੀ, ਇਹ ਗੱਲ ਯਾਦ ਰੱਖਿਓ। ਅਗਲਾ ਹੈਗਾ ਵਿਚ ਸਾਈਨ ਇਜ਼ ਯੂਜ਼ ਟੂ ਸਪੈਸੀਫਾਈ ਏ ਸੇਲ ਟੂ ਸੈੱਲ ਰੇਂਜ। ਸੈੱਲ ਦੀ ਆਪਾਂ ਰੇਂਜ ਦੇ ਬਾਰੇ ਆਪਾਂ ਉਹਨੂੰ ਸਪੈਸੀਫਾਈ ਕਰਨਾ ਹੋਵੇ, ਦੈਨ ਆਪਾਂ ਕੀ ਯੂਜ਼ ਕਰਾਂਗੇ? ਕਲੋਨ ਯੂਜ਼ ਕਰਾਂਗੇ, ਠੀਕ ਆ। ਆਹ ਵਾਲਾ ਆਪਾਂ ਯੂਜ਼ ਕਰਦੇ, ਇਹਦੇ ਨਾਲ ਸੈੱਲ ਦੀ ਰੇਂਜ ਪਤਾ ਲੱਗ ਜਾਂਦੀ ਹੈ। ਸੋ ਇਹ ਵੀ ਤੁਸੀਂ ਸਾਰੇ MCQ ਯਾਦ ਰੱਖਣੇ। ਥੋੜ੍ਹੇ ਜਿਹੇ ਹੋਰ ਆਪਾਂ ਇਹਦੇ ਨਾਲ ਦੇ ਇੰਪੋਰਟੈਂਟ ਇਸੇ ਵੀਡੀਓ ਦੇ ਵਿੱਚ ਐਕਸਪਲੇਨ ਕਰ ਦਿੰਦੇ ਹਾਂ, ਵੀ ਥੋੜ੍ਹੀ ਜਿਹੀ ਵੀਡੀਓ ਜ਼ਿਆਦਾ ਬਣ ਜੂਗੀ, ਪਰ ਤੁਸੀਂ ਧਿਆਨ ਨਾਲ ਜ਼ਰੂਰ ਸੁਣਨੀ ਹੈ ਸਾਰੀ। ਸੋ ਵੀ ਇਸ ਤੋਂ ਬਾਅਦ ਆ ਆਪਣਾ, ਠੀਕ ਹੈ, ਸਭ ਤੋਂ ਪਹਿਲਾਂ MCQ ਵੀ ਕਹਿੰਦਾ ਕਿ ਮੋਸਟ ਫਰੀਕੁਐਂਟਲੀ ਯੂਜ਼ਡ ਇੰਸਟਰਕਸ਼ਨਸ ਆਫ ਦੀ ਕੰਪਿਊਟਰ ਪ੍ਰੋਗਰਾਮ ਆਰ ਲਾਈਕਲੀ ਟੂ ਬੀ ਫੈਚਡ ਫਰੋਮ ਦਾ। ਕਹਿੰਦਾ ਜਿਹੜੇ ਜ਼ਿਆਦਾਤਰ ਯੂਜ਼ ਕੀਤੇ ਜਾਣ ਵਾਲੇ ਇੰਸਟਰਕਸ਼ਨ ਹੁੰਦੇ ਆ ਕੰਪਿਊਟਰ ਪ੍ਰੋਗਰਾਮ ਦੇ ਵਿੱਚ, ਉਹ ਕਿਹੜੀ ਜਗ੍ਹਾ ਤੋਂ ਮਤਲਬ ਆਉਂਦੇ ਆ ਉਹ, ਠੀਕ ਆ। ਮਤਲਬ ਉਹ ਮੇਨਲੀ ਉਹ ਕਿੱਥੇ ਪਏ ਹੁੰਦੇ ਆ, ਉਹ ਤੁਸੀਂ ਗੱਲ ਯਾਦ ਰੱਖਣੀ ਆ ਵੀ। ਸੋ ਇਹਦਾ ਆਪਾਂ ਨੂੰ ਵੀ ਆਨਸਰ ਇਹਦੇ ਵਿੱਚ ਮਿਲ ਜਾਂਦਾ ਕਿ ਮੋਸਟ ਫਰੀਕੁਐਂਟਲੀ ਯੂਜ਼ਡ ਇੰਸਟਰਕਸ਼ਨ ਆ ਜਿਹੜੇ ਉਹ ਪਏ ਹੁੰਦੇ ਆ ਵੀ ਕੈਸ਼ ਮੈਮਰੀ ਦੇ ਵਿੱਚ, ਠੀਕ ਆ। ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਅਗਲਾ ਆ ਜਾਂਦਾ ਵੀ ਆਪਣੇ ਕੋਲ, ਦੈਟ ਇਜ਼ ਦੀ ਪਰਮ ਇਜ਼ ਐਨ ਐਗਜ਼ਾਮਪਲ ਆਫ। ਪਰਮ ਕੀ ਆ ਵੀ? ਤੇ ਪਰਮ ਇੱਕ ਤੁਹਾਡੇ ਕੋਲ ਸੁਪਰ ਕੰਪਿਊਟਰ ਆ, ਇਹ ਗੱਲ ਯਾਦ ਰੱਖਿਓ ਵੀ ਇੱਕ ਸੁਪਰ ਕੰਪਿਊਟਰ ਆ, ਠੀਕ ਆ। ਇਹ ਸ਼ਾਇਦ ਇੰਡੀਆ ਦੇ ਵਿੱਚ ਜਿਹੜਾ ਵੀ ਬਣਾਇਆ ਗਿਆ ਵਾ, ਠੀਕ ਆ। ਇਹ ਤੁਸੀਂ ਗੱਲ ਯਾਦ ਰੱਖਣੀ ਆ ਵੀ ਪਰਮ ਇੱਕ ਸੁਪਰ ਕੰਪਿਊਟਰ ਆ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਕੀ ਫੰਕਸ਼ਨ ਆਫ ਏ ਫਾਇਰਵਾਲ, ਠੀਕ ਆ। ਕੰਪਿਊਟਰ ਦੇ ਵਿੱਚ ਵੀ ਇੱਕ ਫਾਇਰਵਾਲ ਹੁੰਦਾ, ਉਹਦਾ ਮੇਨ ਫੰਕਸ਼ਨ ਕੀ ਹੁੰਦਾ, ਠੀਕ ਆ। ਉਹਦਾ ਮੇਨ ਫੰਕਸ਼ਨ ਤੁਸੀਂ ਵੀ ਦੱਸਣਾ ਕਿ ਫਾਇਰਵਾਲ ਦਾ ਮੇਨ ਫੰਕਸ਼ਨ ਕੀ ਹੁੰਦਾ। ਫਾਇਰਵਾਲ ਦਾ ਮੇਨ ਫੰਕਸ਼ਨ ਹੁੰਦਾ ਵੀ ਮੋਨੀਟਰਿੰਗ ਕਰਨਾ, ਮਤਲਬ ਕਿ ਦੇਖ ਰੇਖ ਰੱਖਣਾ, ਠੀਕ ਆ। ਮਤਲਬ ਕਿ ਕੰਪਿਊਟਰ ਦਾ ਖਿਆਲ ਰੱਖਣਾ, ਤੇ ਇਹ ਤੁਸੀਂ ਗੱਲ ਯਾਦ ਰੱਖਣੀ, ਠੀਕ ਆ। ਡਵਾਰਕ ਇਜ਼ ਯੂਜ਼ਡ ਵਿਦ ਰੈਫਰੈਂਸ ਟੂ। ਅਗਲਾ ਆ ਗਿਆ ਵੀ ਡਵਾਰਕ ਕਿਸ ਚੀਜ਼ ਦੇ ਲਈ ਯੂਜ਼ ਕੀਤਾ ਜਾਂਦਾ? ਡਵਾਰਕ ਵਾ ਵੀ ਜਿਹੜਾ ਉਹ ਇੱਕ ਕੀਬੋਰਡ ਵਾ, ਠੀਕ ਆ। ਕੀਬੋਰਡ ਜਿੱਦਾਂ ਆਪਾਂ ਜਿਹੜਾ ਕੀਬੋਰਡ ਯੂਜ਼ ਕਰਦੇ ਹੋ, ਤੇ ਜਿੱਦਾਂ ABC ਇੱਕ ਅਲੱਗ ਹਿਸਾਬ ਨਾਲ ਲਿਖੀ ਹੁੰਦੀ ਆ, ਠੀਕ ਆ, ਉਲਟੀ ਪੁਲਟੀ ਜੀ ਲਿਖੀ ਹੁੰਦੀ ਨਾ, ਉਹ ਵੀ ਇੱਕ ਸਪੈਸ਼ਲ ਟਾਈਪ ਦਾ ਕੀਬੋਰਡ ਆ। ਇੱਦਾਂ ਹੀ ਇੱਕ ਹੋਰ ਇਹ ਸਪੈਸ਼ਲ ਟਾਈਪ ਦਾ ਕੀਬੋਰਡ ਆ ਡਵਾਰਕ, ਠੀਕ ਆ। ਅਗਲਾ ਆ ਗਿਆ ਕਹਿੰਦਾ ਕਿ ਵੈਨ ਯੂ ਕੱਟ ਔਰ ਕਾਪੀ ਇਨਫੋਰਮੇਸ਼ਨ ਇਟ ਗੈਟ ਪਲੇਸਡ ਇਨ ਦਾ। ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਕਾਪੀ ਕਰਦੇ ਹਾਂ, ਠੀਕ ਆ, ਉਹ ਉਸ ਟਾਈਮ ਦੇ ਲਈ ਕਿੱਥੇ ਕੁ ਸੇਵ ਹੋ ਜਾਂਦੀ, ਜਿੱਥੋਂ ਬਾਅਦ 'ਚ ਉਹ ਪੇਸਟ ਹੋ ਜਾਂਦੀ।
ਕਾਪੀ ਹੁੰਦੇ ਵੀ ਉਹ ਸੇਵ ਹੋ ਜਾਂਦੀ ਇਨ ਦਾ ਕਲਿੱਪਬੋਰਡ। ਕਲਿੱਪਬੋਰਡ ਤੋਂ ਫਿਰ ਤੁਸੀਂ ਜਿੱਥੇ ਵੀ ਉਹਨੂੰ ਪੇਸਟ ਵਗੈਰਾ ਕਰਨਾ ਉੱਥੇ ਜਾ ਕੇ ਤੁਸੀਂ ਉਹਨੂੰ ਪੇਸਟ ਕਰ ਦਿੰਦੇ ਆ, ਠੀਕ ਆ। ਕਲਿੱਪਬੋਰਡ ਦੇ ਵਿੱਚ ਹੁੰਦੀ ਕਲਿੱਪ ਆਰਟ ਵਗੈਰਾ ਤਾਂ ਉਹ ਹੁੰਦੇ ਨਾ ਜਿਹੜੇ ਤੁਸੀਂ ਵਰਡ ਜਾਂ ਫਿਰ ਪਾਵਰ ਪੁਆਇੰਟ ਜਿੱਦਾਂ ਕੋਈ ਜਿਵੇਂ ਦੇ ਵਿੱਚ ਆਪਣੇ ਇਮੇਜਸ ਵਗੈਰਾ ਤੁਸੀਂ ਐਡ ਕਰ ਸਕਦੇ ਹੁੰਦੇ, ਉਹ ਹੁੰਦੇ ਕਲਿੱਪ ਆਰਟਸ, ਠੀਕ ਆ। ਹਾਰਡ ਡਿਸਕ ਡਰਾਈਵਸ ਆਰ ਕੰਸੀਡਰਡ ਐਜ਼ ਡੈਸ਼ ਸਟੋਰੇਜ। ਜਿਹੜੀਆਂ ਵੀ ਹਾਰਡ ਡਿਸਕ ਹੁੰਦੀਆਂ ਉਹਨਾਂ ਨੂੰ ਆਪਾਂ ਕਿਹੜੀ ਸਟੋਰੇਜ ਅਜ਼ਿਊਮ ਕਰਦੇ, ਇਹਨਾਂ ਨੂੰ ਆਪਾਂ ਕਹਿੰਦੇ ਵੀ ਨੋਨ ਵੋਲੇਟਾਈਲ ਸਟੋਰੇਜਸ, ਠੀਕ ਆ। ਤੇ ਹਾਰਡ ਡਿਸਕ ਕੀ ਹੁੰਦੀ ਆ, ਨੋਨ ਵੋਲੇਟਾਈਲ ਸਟੋਰੇਜ ਹੁੰਦੀ ਹੈ, ਠੀਕ ਆ। ਵਿਚ ਟਾਈਪ ਆਫ ਦਾ ਮੈਮਰੀ ਹੋਲਡਸ ਦਾ ਪ੍ਰੋਗਰਾਮ ਟੂ ਸਟਾਰਟ ਅਪ ਦਾ ਕੰਪਿਊਟਰ। ਕੰਪਿਊਟਰ ਨੂੰ ਜਦੋਂ ਆਪਾਂ ਸਟਾਰਟ ਕਰਨਾ ਹੁੰਦਾ, ਠੀਕ ਆ, ਕਿਹੜੀ ਮੈਮਰੀ ਆ ਜਿਹਦੇ ਵਿੱਚ ਕਿ ਪ੍ਰੋਗਰਾਮ ਰੋਕੀ ਰੱਖਦੀ ਆ, ਉਹਦੇ ਵਿੱਚ ਪ੍ਰੋਗਰਾਮ ਹੁੰਦਾ, ਉਹ ਹੁੰਦੀ ਆ ਵੀ ਆਪਣੇ ਕੋਲ ਜਿਹੜੀ ਮੈਮਰੀ ਪ੍ਰੋਗਰਾਮ ਨੂੰ ਰੋਕੀ ਰੱਖਦੀ, ਰੋਮ, ਠੀਕ ਆ। ਇਹ ਗੱਲ ਤੁਸੀਂ ਯਾਦ ਰੱਖਣੀ ਆ, ਰੋਮ ਉਹਨੂੰ ਰੋਕੀ ਰੱਖਦੀ ਹੈ, ਠੀਕ ਆ। ਅਗਲਾ ਆ ਗਿਆ ਵੀ ਟੂ ਕਨੈਕਟ ਨੈਟਵਰਕਸ ਆਫ ਦੀ ਸਿਮਿਲਰ ਪ੍ਰੋਟੋਕੋਲਸ ਡੈਸ਼ ਆਰ ਯੂਜ਼ਡ। ਜੇ ਆਪਾਂ ਇੱਕੋ ਜਿਹੇ ਪ੍ਰੋਟੋਕੋਲਸ ਦੇ ਨੈਟਵਰਕਾਂ ਨੂੰ ਜੋੜਨਾ ਹੋਵੇ ਦੈਨ ਆਪਾਂ ਕੀ ਯੂਜ਼ ਕਰਦੇ ਹਾਂ, ਦੈਨ ਆਪਾਂ ਯੂਜ਼ ਕਰਦੇ ਹਾਂ ਵੀ ਬ੍ਰਿਜਿਸ ਨੂੰ ਯੂਜ਼ ਕਰਦੇ ਹਾਂ, ਠੀਕ ਆ। ਬ੍ਰਿਜਿਸ ਯੂਜ਼ ਕੀਤੇ ਜਾਂਦੇ। ਅਗਲਾ ਆ ਗਿਆ ਕਿ ਦਾ ਕਲੋਕ ਰੇਟ ਆਫ ਦੀ ਪ੍ਰੋਸੈਸਰ ਇਜ਼ ਮੈਜ਼ਰਡ ਇਨ ਦੀ। ਪ੍ਰੋਸੈਸਰ ਦੇ ਕਲੋਕ ਰੇਟ ਨੂੰ ਆਪਾਂ ਕਿਸ ਚੀਜ਼ ਦੇ ਵਿੱਚ ਦੇਖਦੇ ਹਾਂ ਵੀ ਗੀਗਾਹਰਟਸ। ਤੁਸੀਂ ਅੱਜ ਕੱਲ੍ਹ ਫੋਨ ਖਰੀਦਦੇ ਆ ਜਾਂ ਤੁਸੀਂ ਅੱਜ ਕੱਲ੍ਹ ਕੋਈ ਵੀ PC ਵਗੈਰਾ ਖਰੀਦਣਾ ਹੁੰਦਾ ਨਿਊ, ਉਹਦੇ ਨਾਲ ਉਹਨਾਂ ਨੇ ਪ੍ਰੋਸੈਸਰ ਦਾ ਕਿਹਾ ਹੁੰਦਾ ਵੀ ਇਹਦੀ ਸਪੀਡ ਕਿੰਨੀ ਆ ਜੀ 1.2 ਗੀਗਾਹਰਟਸ, ਠੀਕ ਆ। 2 ਗੀਗਾਹਰਟਸ 2.1 ਗੀਗਾਹਰਟਸ ਇਹ ਉਹਦੀ ਕਲੋਕ ਰੇਟ ਹੁੰਦਾ, ਠੀਕ ਆ। ਫੰਕਸ਼ਨਸ ਇਨ MS ਐਕਸਲ ਮਸਟ ਬਿਗਨ ਵਿਦ, ਠੀਕ ਆ। ਜਿਹੜੇ MS ਐਕਸਲ ਦੇ ਫੰਕਸ਼ਨ ਹੁੰਦੇ ਆ ਵੀ ਉਹ ਕਿੱਥੋਂ ਸ਼ੁਰੂ ਹੁੰਦੇ, ਮੈਂ ਤੁਹਾਨੂੰ ਹੁਣੇ ਇੱਕ ਦੋ ਐਗਜ਼ਾਮਪਲਸ ਦੇ ਕੇ ਹਟਿਆ, ਠੀਕ ਆ। ਉਹ ਸ਼ੁਰੂ ਹੁੰਦੇ ਵੀ ਇਕੁਅਲ ਟੂ ਪਾ ਕੇ, ਠੀਕ ਆ। ਸੋ ਇਹ ਤੁਸੀਂ ਗੱਲ ਯਾਦ ਰੱਖਣੀ ਹੈ, ਓਕੇ ਆ ਵੀ। ਸੋ ਅੱਗੇ ਆ ਗਿਆ ਕਹਿੰਦਾ ਕਿ ਇਨ MS ਵਰਡ ਫੋਰ ਗੋਇੰਗ ਟੂ ਸਪੈਸੀਫਿਕ ਲੋਕੇਸ਼ਨ ਇਨ ਏ ਵਰਡ ਡਾਕੂਮੈਂਟ ਵੀ ਯੂਜ਼। ਆਪਾਂ ਕਿਸੇ ਸਪੈਸੀਫਿਕ ਲੋਕੇਸ਼ਨ 'ਤੇ ਜਾਣਾ ਹੋਵੇ ਆਪਾਂ ਕੀ ਯੂਜ਼ ਕਰਦੇ ਹਾਂ ਵੀ MS ਵਰਡ ਦੇ ਵਿੱਚ, ਠੀਕ ਆ। ਜਦੋਂ ਆਪਾਂ ਕਿਸੇ ਵੀ ਸਪੈਸੀਫਿਕ ਲੋਕੇਸ਼ਨ 'ਤੇ ਜਾਣਾ ਹੋਵੇ ਆਪਾਂ ਯੂਜ਼ ਕਰਦੇ ਹਾਂ ਵੀ ਬੁੱਕ ਮਾਰਕਸ ਨੂੰ, ਠੀਕ ਆ। ਬੁੱਕ ਮਾਰਕ ਉਹਦੇ ਵਿੱਚ ਵੀ ਤੁਸੀਂ ਕੀਤੇ ਹੁੰਦੇ ਆ, ਉਹ ਤੋਂ ਤੁਸੀਂ ਕਿਸੇ ਵੀ ਸਪੈਸ਼ਲ ਲੋਕੇਸ਼ਨ, ਜਿੱਦਾਂ ਤੁਸੀਂ ਵਰਡ ਡਾਕੂਮੈਂਟ ਦੇ ਉੱਪਰ ਤੁਸੀਂ ਇਹਦੇ ਵਿੱਚ ਇੰਡੈਕਸ ਬਣਾ ਦਿੰਦੇ ਆ, ਇੰਡੈਕਸ ਵਿੱਚ ਤੁਸੀਂ ਤਾਰਤਾ ਵੀ ਚੈਪਟਰ 1 ਚੈਪਟਰ 2, ਉਹਦੇ ਨਾਲ ਨਾ ਆਪਾਂ ਫਿਰ ਉਹ ਜਿੱਥੋਂ ਸ਼ੁਰੂ ਹੁੰਦਾ ਚੈਪਟਰ 2 ਦਾ ਆਪਾਂ ਇੱਦਾਂ ਪੇਜ ਨੂੰ ਜੁਆਇਨ ਕਰ ਦਿੰਦੇ। ਤੁਸੀਂ ਚੈਪਟਰ 2 ਦੇ ਉੱਪਰ ਕਰੋਗੇ ਕਲਿੱਕ, ਸਿੱਧਾ ਤੁਸੀਂ ਉਸ ਪੇਜ 'ਤੇ ਆ ਜਾਓਗੇ। ਇਹਨੂੰ ਆਪਾਂ ਕਹਿੰਦੇ ਬੁੱਕ ਮਾਰਕ ਕਰਨਾ, ਠੀਕ ਆ। ਇਨ MS ਵਰਡ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਸੈਂਸ਼ੀਅਲ ਕੰਪੋਨੈਂਟ ਟੂ ਪਰਫੋਰਮ ਏ ਮੇਲ ਮਰਜ ਆਪਰੇਸ਼ਨ, ਠੀਕ ਆ। ਮੇਲ ਮਰਜ ਆਪਰੇਸ਼ਨ ਹੁੰਦਾ ਵੀ, ਤੇ ਇਹਦੇ ਬਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਥੋੜ੍ਹਾ ਜਿਹਾ ਤੁਹਾਨੂੰ ਦੱਸਿਆ ਸੀਗਾ। ਤੇ ਇਹਨਾਂ ਦੇ ਵਿੱਚੋਂ ਕਿਹੜਾ ਇਹਨਾਂ ਦੇ ਵਿੱਚੋਂ ਮੇਨ ਉਹਦਾ ਜਿਹੜਾ ਐਸੈਂਸ਼ੀਅਲ ਕੰਪੋਨੈਂਟ ਨਹੀਂ ਹੈਗਾ, ਇਹ ਹੁਣ ਤੁਸੀਂ ਦੱਸਣਾ ਵੀ ਐਸੈਂਸ਼ੀਅਲ ਕੰਪੋਨੈਂਟ ਉਹਦਾ ਹੈ ਨਹੀਂ ਗਾ। ਜਿਹੜਾ ਹੈਗਾ ਉਹ ਹੈਗਾ ਵੀ ਆਪਣੇ ਕੋਲ ਵਰਡ ਫੀਲਡਸ, ਠੀਕ ਆ। ਵਰਡ ਫੀਲਡਸ ਹੈ ਨਹੀਂ ਗੀਆਂ, ਬਾਕੀ ਸਾਰੀਆਂ ਡਾਟਾ ਸੋਰਸ ਵੀ ਹੋਣਾ ਚਾਹੀਦਾ, ਮੇਨ ਡਾਕੂਮੈਂਟ ਤਾਂ ਚਲੋ ਹੋਣਾ ਹੀ ਆ, ਤੇ ਮਰਜ ਫੀਲਡਸ ਵੀ ਹੋਣੀਆਂ ਚਾਹੀਦੀਆਂ, ਵਰਡ ਫੀਲਡਸ ਹੈ ਨਹੀਂ ਗੀਆਂ, ਠੀਕ ਆ। ਅਗਲਾ ਵੀ ਬਹੁਤ ਈਜ਼ੀ ਤੇ ਇੰਪੋਰਟੈਂਟ ਆ, ਠੀਕ ਆ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਵਿਚ ਆਫ ਦੀ ਫੋਲੋਇੰਗ ਡਿਵਾਈਸ ਕੈਨ ਬੀ ਯੂਜ਼ ਟੂ ਡਾਇਰੈਕਟਲੀ ਇਨਪੁੱਟ ਪ੍ਰਿੰਟਡ ਟੈਕਸਟ। ਆਪਾਂ ਕਿਸੇ ਪ੍ਰਿੰਟਡ ਇਹ ਟੈਕਸਟ ਦੀ ਫੋਟੋ ਖਿੱਚ ਲਈਏ, ਉਸ ਤੋਂ ਬਾਅਦ 'ਚ ਉਹਨੂੰ ਉਹ ਰਿਟਨ ਇੱਕ ਮਤਲਬ ਫਾਈਲ ਦੇ ਵਿੱਚ ਚੇਂਜ ਕਰ ਦਿੰਦਾ, ਉਹ ਆਪਸ਼ਨ ਹੁੰਦਾ ਵੀ OCR। ਇਹਦੇ ਬਾਰੇ ਵੀ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ। ਦੇਖੋ ਵੀ ਉਹੀ ਗੱਲਾਂ ਵਾਰ-ਵਾਰ ਆ ਰਹੀਆਂ ਵਾ, ਥੋੜ੍ਹਾ ਬਹੁਤਾ ਇੱਧਰ ਉੱਧਰ ਚੇਂਜ ਕੀਤਾ ਹੁੰਦਾ ਉਸ ਚੀਜ਼ ਨੂੰ। ਸੋ ਜਦੋਂ ਵੀ ਕਿਤੇ OCR ਜਾਂ ਇੱਦਾਂ ਦੀ ਕੋਈ ਵੀ ਚੀਜ਼ ਹੁੰਦੀ ਆ ਉਹਦੇ ਬਾਰੇ ਚੰਗੀ ਤਰ੍ਹਾਂ ਸੋਚਿਆ ਕਰੋ, ਠੀਕ ਆ। ਸਰਚ ਕਰਿਆ ਕਰੋ ਤਾਂ ਕਿ ਤੁਹਾਨੂੰ ਯਾਦ ਹੋ ਜਾਵੇ। ਅਗਲਾ ਆ ਗਿਆ ਕਿ ਆਲ ਆਫ ਦੀ ਫੋਲੋਇੰਗ ਆਰ ਐਗਜ਼ਾਮਪਲਸ ਆਫ ਦੀ ਰੀਅਲ ਸਿਕਿਉਰਿਟੀ ਐਂਡ ਪ੍ਰਾਈਵੇਸੀ ਰਿਸਕਸ ਐਕਸੈਪਟ। ਇਹਨਾਂ ਦੇ ਵਿੱਚੋਂ ਸਾਰੀਆਂ ਵੀ ਤੁਹਾਡੇ ਕੋਲ ਇੱਕ ਐਗਜ਼ਾਮਪਲਸ ਆ ਰੀਅਲ ਸਿਕਿਉਰਿਟੀ ਅਤੇ ਪ੍ਰਾਈਵੇਸੀ ਰਿਸਕ ਦੀਆਂ। ਕਿਹੜੀ ਨਹੀਂ ਹੈਗੀ, ਸਪੈਮ ਨਹੀਂ ਹੈਗੀ ਇਹਦੀ ਐਗਜ਼ਾਮਪਲ, ਠੀਕ ਹੈ। ਬਾਕੀ ਵੀ ਹੈਕਰਸ ਹੋ ਗਏ, ਵਾਇਰਸਿਸ ਹੋ ਗਏ, ਅਤੇ ਫਿਰ ਵੀ ਇਹਦੇ ਵਿੱਚ ਆਈਡੈਂਟੀਟੀ ਇਹ ਚੋਰ ਜਿਹੜੇ ਮਤਲਬ ਤੁਹਾਡੀ ਕਹਿ ਸਕਦੇ ਇਹਦੇ ਵਿੱਚ ਆਈਡੈਂਟੀਟੀ ਨੂੰ ਚੋਰੀ ਕਰਦੇ ਆ। ਜਿਹੜੇ ਵੇਖੋ ਵੀ ਸਪੈਮ ਹੁੰਦੇ ਨਾ, ਸਪੈਮ ਦੇ ਵਿੱਚ ਬਹੁਤ ਸਾਰੇ ਈਮੇਲ ਆ ਜਾਂਦੇ। ਜਿੱਦਾਂ ਈਮੇਲ ਆਪਾਂ ਨੂੰ ਹੁੰਦੇ ਇੱਕ ਥੱਲੇ ਸਪੈਮ ਬਾਕਸ ਬਣਿਆ ਹੁੰਦਾ। ਸਪੈਮ ਦਾ ਮਤਲਬ ਹੁੰਦਾ ਵੀ ਜਿਹੜੀਆਂ ਚੀਜ਼ਾਂ ਫਾਲਤੂ ਆ, ਠੀਕ ਆ। ਉਹ ਮਤਲਬ ਜ਼ਰੂਰੀ ਨਹੀਂ ਕਿ ਆਪਣੇ ਲਈ ਹਾਰਮਫੁਲ ਹੀ ਹੋਊਗੀਆਂ, ਮਤਲਬ ਫਾਲਤੂ ਜਿਹੜੇ ਈਮੇਲ ਵਗੈਰਾ ਕੁਛ ਹੁੰਦਾ ਰਹਿੰਦਾ ਉਹ ਆਪਾਂ ਸਪੈਮ ਬਾਕਸ ਦੇ ਵਿੱਚ ਆ ਜਾਂਦੇ। ਫਿਰ ਆ ਗਿਆ ਵੀ MICR ਸਟੈਂਡਸ ਫੋਰ। MICR ਦਾ ਮਤਲਬ ਕੀ ਹੁੰਦਾ ਵੀ ਯਾਦ ਰੱਖਿਓ, ਮੈਗਨੈਟਿਕ ਇੰਕ ਕਰੈਕਟਰ ਰੀਡਰ। ਮੈਗਨੈਟਿਕ ਇੰਕ ਕਰੈਕਟਰ ਰੀਡਰ ਹੁੰਦਾ ਵੀ ਇਹ MICR, ਠੀਕ ਆ। ਇਹ ਤੁਸੀਂ ਗੱਲ ਯਾਦ ਰੱਖਣੀ ਆ। ਸੋ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ 45 ਮੈਂ ਤੁਹਾਨੂੰ ਵੀ ਟੋਟਲ 40 MCQ ਹੋਰ ਵਾ
ਐਕਸਪਲੇਨ ਕਰਤੇ, ਠੀਕ ਆ। ਸੋ ਆਪਣੇ ਇਹ 2 ਪਾਰਟ ਹੋ ਗਏ। ਆਈ ਹੋਪ ਕਿ ਇਹਨਾਂ ਨਾਲ ਤੁਹਾਨੂੰ ਪੇਪਰ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਵਿੱਚ ਹੈਲਪ ਹੋਊਗੀ। ਸੋ ਕਿਉਂਕਿ ਹੁਣ ਆਪਣੇ ਕੋਲ ਸਮਾਂ ਇੰਨਾ ਹੈ ਨਹੀਂਗਾ, ਇਸ ਕਰਕੇ ਆਪਾਂ ਇਹਨਾਂ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾ ਪਾਏ, ਕਿਉਂਕਿ ਜ਼ਿਆਦਾ ਡਿਟੇਲ ਦੇ ਵਿੱਚ ਜਾਵਾਂਗੇ ਤੇ ਫਿਰ ਆਪਣੇ ਕੋਲ ਇੱਕ ਵੀਡੀਓ ਦੇ ਵਿੱਚ ਵੱਧੋ ਵੱਧ 15 MCQ ਐਕਸਪਲੇਨ ਕਰ ਹੁੰਦੇ ਆ। ਸੋ ਹੁਣ ਤੁਸੀਂ ਪੇਪਰ ਤੋਂ ਪਹਿਲਾਂ ਜਿੰਨਾ ਕੁ ਮੈਂ ਤੁਹਾਨੂੰ ਦੱਸਿਆ ਉਹਨਾਂ ਕੁ ਜ਼ਰੂਰ ਯਾਦ ਰੱਖ ਲਿਓ। ਬਾਕੀ ਤੁਸੀਂ ਜੇ ਤੁਹਾਡੇ ਕੋਲ ਟਾਈਮ ਹੈ ਤੇ ਤੁਸੀਂ ਇਹਦੇ ਬਾਰੇ ਇੰਟਰਨੈਟ ਤੇ ਰਿਸਰਚ ਕਰਕੇ ਦੇਖ ਲਓ, ਜਿਹੜੇ ਤੁਹਾਨੂੰ ਵਿੱਚੋਂ 4-5 MCQ ਜ਼ਿਆਦਾ ਔਖੇ ਲੱਗੇ ਉਹਨਾਂ ਬਾਰੇ ਤੁਸੀਂ ਉੱਥੋਂ ਜ਼ਰੂਰ ਰੀਡ ਕਰ ਸਕਦੇ ਹੋ। ਵੀਡੀਓ ਨੂੰ ਰੋਕ ਕੇ ਉਹਨਾਂ MCQ ਦੇ ਸਕਰੀਨਸ਼ਾਟ ਲੈ ਲਓ, ਉਹਨਾਂ ਨੂੰ ਤੁਸੀਂ ਫਿਰ ਚੰਗੀ ਤਰ੍ਹਾਂ ਰੀਡ ਕਰ ਲਓ। ਸੋ ਇਹਨਾਂ ਨਾਲ ਤੁਹਾਡੇ ਕਾਫੀ ਸਾਰੇ ਟੌਪਿਕ ਵੀ ਇਹਦੇ ਨਾਲ ਹੋ ਜੂਗੇ। ਸੋ ਥੈਂਕਸ ਫॉर ਵਾਚਿੰਗ ਦਾ ਵੀਡੀਓ, ਤੇ ਆਪਣੇ ਸਾਰੇ ਫਰੈਂਡਸ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਚੈਨਲ ਨੂੰ ਜ਼ਰੂਰ ਵੀ ਤੁਸੀਂ ਸਬਸਕ੍ਰਾਈਬ ਕਰਨਾ ਤੇ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਜਿਹਦਾ ਮੈਂ ਤੁਹਾਨੂੰ ਆਨਸਰ ਪੁੱਛਿਆ ਸੀਗਾ। ਥੈਂਕ ਯੂ।